ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਸੀਸ ਕਿਸ ਤਰੀਕੇ ਦੇ ਨਾਲ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ, ਉਸ ਦੇ ਸੰਬੰਧ ਵਿੱਚ ਸਾਡੇ ਆਖੇ ਜਾਂਦੇ ਇਤਿਹਾਸਕ ਗ੍ਰੰਥਾਂ ਦੇ ਅੰਦਰ ਜੋ ਵੱਖੋ ਵੱਖਰੀਆਂ ਸਾਖੀਆਂ ਪ੍ਰਚਲਿਤ ਹਨ, ਉਹ ਨਾ ਤਾਂ ਇੱਕ ਦੂਸਰੇ ਦੇ ਨਾਲ ਮੇਲ ਖਾਂਦੀਆਂ ਹਨ ਔਰ ਨਾ ਹੀ ਉਹ ਸਾਖੀਆਂ ਪ੍ਰੈਕਟੀਕਲ ਹਨ, ਬਲਕਿ ਉਹ ਸਮੁੱਚੀਆਂ ਸਾਖੀਆਂ ਜਿਹੜੀਆਂ ਹਨ ਉਹ ਸੱਚਾਈ ਤੋਂ ਕੋਹਾਂ ਦੂਰ ਜਾਪਦੀਆਂ ਹਨ। ਉਹਨਾਂ ਗ੍ਰੰਥਾਂ ਦੇ ਵਿੱਚੋਂ ਜੇ ਭਾਈ ਕੇਸਰ ਸਿੰਘ ਛਿੱਬੜ ਦੇ ਲਿਖੇ ਹੋਏ ਬੰਸਾਵਲੀ ਨਾਮਾਂ ਨੂੰ ਪੜ੍ਹੀਏ ਤਾਂ ਉਹ ਲਿਖਦਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਉਠਾਇਆ ਸੀ ਭਾਈ ਨਾਨੂ ਜੀ ਨੇ। ਭਾਈ ਨਾਨੂ ਜੀ ਨੂੰ ਸੁਪਨਾ ਆਇਆ, ਸੁਪਨੇ ਵਿੱਚ ਗੁਰੂ ਸਾਹਿਬ ਜੀ ਨੇ ਸਰੀਰ ਦੀ ਸੇਵਾ ਕਰਨ ਦਾ ਹੁਕਮ ਕੀਤਾ ਅਤੇ ਭਾਈ ਨਾਨੂ ਜੀ ਸਤਿਗੁਰਾਂ ਦਾ ਸਰੀਰ ਉਠਾਉਣ ਵਾਸਤੇ ਚਾਂਦਨੀ ਚੌਂਕ ਦੇ ਵਿੱਚ ਅੱਪੜੇ। ਜਿਤਨੇ ਵੀ ਉੱਥੇ ਪਹਿਰੇਦਾਰ ਸਨ, ਜਿਤਨੇ ਵੀ ਅਹਿਲਕਾਰ ਸਨ, ਉਹ ਸਾਰੇ ਜਾਣੇ ਸੌਂ ਗਏ ਅਤੇ ਭਾਈ ਨਾਨੂ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਉੱਥੋਂ ਉਠਾ ਲਿਆ, ਕਿਉਂਕਿ ਸਤਿਗੁਰਾਂ ਦਾ ਜਿਹੜਾ ਧੜ ਸੀ ਉਹ ਬਹੁਤ ਜ਼ਿਆਦਾ ਭਾਰਾ ਸੀ। ਉਹ ਭਾਈ ਨਾਨੂ ਜੀ ਦੇ ਕੋਲੋਂ ਉਠਾ ਨਹੀਂ ਹੋਇਆ ਅਤੇ ਸੀਸ ਉਠਾ ਕੇ ਭਾਈ ਨਾਨੂ ਜੀ ਉੱਥੋਂ ਲੈ ਗਏ ਅਤੇ ਇੱਕ ਰੰਗਰੇਟੇ ਨੂੰ ਨਾਲ ਲੈ ਕੇ ਉਹ ਸੀਸ ਨੂੰ ਲੈ ਕੇ ਅਨੰਦਪੁਰ ਸਾਹਿਬ ਵਿਖੇ ਅੱਪੜ ਗਏ। ਆਪਣੇ ਆਪ ਦੇ ਵਿੱਚ ਇੱਕ ਅਣਹੋਣੀ ਜੀ ਬਾਤ ਭਾਈ ਕੇਸਰ ਸਿੰਘ ਜੀ ਨੇ ਲਿਖੀ ਹੈ ਕਿ ਭਾਈ ਨਾਨੂ ਨੂੰ ਸੁਪਨਾ ਆਇਆ ਅਤੇ ਜਿਸ ਵੇਲੇ ਸੀਸ ਨੂੰ ਉਠਾਇਆ ਉਸ ਵੇਲੇ ਸਾਰੇ ਪਹਿਰੇਦਾਰ ਜਿਹੜੇ ਸਨ ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ, ਉਹ ਸਾਰੇ ਜਾਣੇ ਸੌਂ ਗਏ, ਜੋ ਕਿ ਮੰਨਣ ਦੇ ਵਿੱਚ ਨਹੀਂ ਆ ਸਕਦਾ। ਫਿਰ ਜੇਕਰ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਆਪਾਂ ਪੜ੍ਹਦੇ ਹਾਂ ਅਤੇ ਉਹਨਾਂ ਨੇ ਆਪਣੀਆਂ ਲਿਖਤਾਂ ਦੇ ਅੰਦਰ 3-4 ਹੋਰ ਇਤਿਹਾਸਕਾਰਾਂ ਦੇ ਹਵਾਲੇ ਦੇ ਕੇ ਇਹ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਸੀਸ ਹੈ ਉਹ ਭਾਈ ਜੈਤਾ ਜੀ ਨੇ ਉਠਾਇਆ। ਪਰ ਉਠਾਇਆ ਕਿਸ ਤਰੀਕੇ ਦੇ ਨਾਲ? ਉਹ ਕਹਿੰਦੇ ਨੇ ਕਿ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦੀ ਜਗ੍ਹਾ ਦੇ ਉੱਤੇ ਆਪਣੇ ਪਿਤਾ ਭਾਈ ਆਗਿਆ ਰਾਮ ਜੀ ਨੂੰ ਕਤਲ ਕਰਕੇ ਉਹਨਾਂ ਦਾ ਸੀਸ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦੀ ਜਗ੍ਹਾ ਦੇ ਉੱਤੇ ਰੱਖ ਦਿੱਤਾ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਨੂੰ ਉਠਾ ਲਿਆ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਣਹੋਣੀ ਘਟਨਾ ਜਾਪਦੀ ਹੈ ਕਿ ਇੰਨੇ ਸਖਤ ਪਹਿਰੇ ਦੇ ਵਿੱਚ ਕੋਈ ਮਨੁੱਖ ਜਾ ਕੇ ਆਪਣੇ ਬਾਪ ਦਾ ਕਤਲ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦੀ ਜਗ੍ਹਾ ਦੇ ਉੱਤੇ ਆਪਣੇ ਬਾਪ ਦਾ ਸੀਸ ਰੱਖ ਦੇਵੇ ਅਤੇ ਐਡੇ ਸਖਤ ਪਹਿਰੇ ਦੇ ਵਿੱਚੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਉਠਾ ਕੇ ਅਨੰਦਪੁਰ ਲੈ ਜਾਵੇ। ਫਿਰ ਜਦੋਂ ਆਪਾਂ ਭਾਈ ਸੰਤੋਖ ਸਿੰਘ ਦੇ ਲਿਖੇ ਹੋਏ ਸੂਰਜ ਪ੍ਰਕਾਸ਼ ਗ੍ਰੰਥ ਨੂੰ ਪੜ੍ਹਦੇ ਹਾਂ ਤਾਂ ਉਸ ਗ੍ਰੰਥ ਦੇ ਅੰਦਰ ਤੇ ਭਾਈ ਸੰਤੋਖ ਸਿੰਘ ਜੀ ਨੇ ਇਸ ਸਾਰੀ ਘਟਨਾ ਨੂੰ ਇੱਕ ਵੱਖਰਾ ਹੀ ਰੂਪ ਦੇ ਦਿੱਤਾ ਹੈ। ਬਲਕਿ ਉਸ ਗ੍ਰੰਥ ਦੇ ਅੰਦਰ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦਾ ਧੜ ਦੇ ਨਾਲੋਂ ਵੱਖਰਾ ਹੋਣਾ, ਉਸ ਨੂੰ ਵੀ ਇੱਕ ਕਰਾਮਾਤ ਦੇ ਨਾਲ ਜੋੜਿਆ ਹੈ। ਬਲਕਿ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਤਲ ਨਹੀਂ ਕੀਤਾ ਗਿਆ। ਉਹਨਾਂ ਨੇ ਉਹ ਕਹਾਣੀ ਲਿਖੀ ਹੈ, ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ। ਉਹ ਪੰਕਤੀਆਂ ਨੇ ਕਿ ਸੈਯਦ ਤਬ ਕਰਕੇ ਬਲ ਬਾਹੂ ਤੇਗ ਪ੍ਰਹਾਰ ਤਾਕ ਗਰ ਮਾਹੂ ਕਰੀ ਚਲਾਵਨ ਗਈ ਨਾ ਤਹਿਲੋ ਧਰ ਤੇ ਸਿਰ ਉਤਰਿਓ ਗੁਰ ਪਹਿਲੋ। ਸੰਤੋਖ ਸਿੰਘ ਨੇ ਲਿਖਿਆ ਕਿ ਜਿਸ ਵੇਲੇ ਸੈਯਦ ਨੇ, ਉਸ ਜਲਾਦ ਨੇ ਪੂਰਾ ਬਲ ਲਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਉੱਤੇ ਤਲਵਾਰ ਦੇ ਨਾਲ ਵਾਰ ਕੀਤਾ ਤਾਂ ਉਹ ਜਿਹੜੀ ਤੇਗ ਸੀ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਨੂੰ ਲੱਗਣ ਤੋਂ ਪਹਿਲਾਂ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਸੀਸ ਸੀ ਉਹ ਆਪਣੇ ਆਪ ਧੜ ਦੇ ਨਾਲੋਂ ਜੁਦਾ ਹੋ ਗਿਆ।
फिर कहते फोको वार झटक भुज परी लगी ना गरीवा मह उर धरी उड़ियो सीस होए अंतर ध्याना बही अंधेरी धूल महाना। कि गुरु तेग बहादुर पातशाह जी का सीस जिहड़ा सी ਉਹ ਆਪਣੇ ਆਪ ਧੜ ਦੇ ਨਾਲੋਂ ਵੱਖ ਹੋ ਗਿਆ ਤੇ ਧੜ ਦੇ ਨਾਲੋਂ ਵੱਖ ਹੋ ਕੇ ਉਹ ਸੀਸ ਉਸ ਜਗ੍ਹਾ ਤੋਂ ਉੱਡ ਗਿਆ। ਅੰਤਰ ਧਿਆਨ ਹੋ ਗਿਆ, ਭਾਵ ਜਿਹੜੇ ਉੱਥੇ ਬਾਕੀ ਲੋਕ ਖਲੋਤੇ ਸਨ ਉਹਨਾਂ ਨੂੰ ਦਿਸਣੋਂ ਹਟ ਗਿਆ। ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਧੜ ਹੀ ਉਸ ਜਗ੍ਹਾ ਦੇ ਉੱਤੇ ਪਿਆ ਹੋਇਆ ਬਾਕੀ ਦਿਖਾਈ ਦੇ ਰਿਹਾ ਸੀ। ਇਹਦੇ ਪਿੱਛੇ ਸੰਤੋਖ ਸਿੰਘ ਨੇ ਇੱਕ ਕਹਾਣੀ ਲਿਖੀ ਹੈ ਕਿ ਇੱਕ ਸਿੱਖ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਕਿ ਤੂੰ ਇਸ ਕਾਰਾਗ੍ਰਹਿ ਦੇ ਇਸ ਜੇਲ੍ਹ ਦੀ ਕਾਲ ਕੋਠੜੀ ਦੇ ਬਾਹਰ-ਬਾਹਰ ਰਹਿਣਾ ਹੈ, ਮੇਰਾ ਸਿਰ ਆਪਣੇ ਆਪ ਚੱਲ ਕੇ ਤੇਰੇ ਪਾਸ ਆ ਜਾਏਗਾ। ਉਹੀ ਗੱਲ ਅਗਾਂ ਸੰਤੋਖ ਸਿੰਘ ਨੇ ਲਿਖੀ ਹੈ ਕਿ ਤਿਹ ਸਿੱਖ ਕੀ ਝੋਰੀ ਸਿਰ ਆਇਓ ਤਰਸਤ ਹੋਏ ਤਿਨ ਭਲੇ ਛਪਾਇਓ। ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਆਪਣੇ ਆਪ ਉੱਡ ਕੇ ਉਸ ਸਿੱਖ ਦੀ ਝੋਲੀ ਦੇ ਵਿੱਚ ਜਾ ਕੇ ਡਿੱਗ ਪਿਆ, ਜਿਹੜਾ ਸਿੱਖ ਉਸ ਕਾਲ ਕੋਠੜੀ ਉਸ ਜੇਲ੍ਹ ਤੋਂ ਬਾਹਰ-ਬਾਹਰ ਬੈਠਾ ਹੋਇਆ ਸੀ ਲੁਕ ਕੇ। ਹਟ ਕਿਸ ਹੂੰ ਕੀ ਦਿਸ਼ ਨਹਿ ਦੇਖਾ ਨਿਕਸਿਓ ਪੁਰ ਤੇ ਸ਼ੀਗਰ ਵਸੇਖਾ। ਤੇ ਉਹ ਸਿੱਖ ਜਿਹੜਾ ਸੀ ਉਹ ਸਤਿਗੁਰਾਂ ਦਾ ਸੀਸ ਲੈ ਕੇ ਦਿੱਲੀ ਤੋਂ ਨਿਕਲ ਪਿਆ। ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਜਿਹੜਾ ਸਿੱਖ ਦਿੱਲੀ ਤੋਂ ਆਨੰਦਪੁਰ ਤੱਕ ਸਤਿਗੁਰਾਂ ਦਾ ਸੀਸ ਲੈ ਕੇ ਗਿਆ ਸੀ, ਉਸ ਸਿੱਖ ਦਾ ਨਾਮ ਜਿਹੜਾ ਹੈ ਉਹ ਦਰਜ ਨਹੀਂ ਕੀਤਾ। ਭਾਵੇਂ ਕਿ ਆਮ ਪ੍ਰਚਲਿਤ ਨਾਮ ਭਾਈ ਜੈਤਾ ਜੀ ਹੈ, ਪਰ ਸੰਤੋਖ ਸਿੰਘ ਨੇ ਉਸ ਸਿੱਖ ਦਾ ਨਾਮ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਕਿਧਰੇ ਵੀ ਨਹੀਂ ਲਿਖਿਆ। ਬਲਕਿ ਇਹ ਕਹਾਣੀ ਜੋੜ ਦਿੱਤੀ ਹੈ ਕਿ ਉਹ ਸਿਰ ਜਿਹੜਾ ਸੀ ਆਪਣੇ ਆਪ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਧੜ ਤੋਂ ਉੱਡ ਕੇ ਉਸ ਸਿੱਖ ਦੀ ਝੋਲੀ ਦੇ ਵਿੱਚ ਪਹੁੰਚ ਗਿਆ ਤੇ ਉਹ ਸਿੱਖ ਉਸ ਸੀਸ ਨੂੰ ਲੈ ਕੇ ਆਨੰਦਪੁਰ ਸਾਹਿਬ ਵਿਖੇ ਅੱਪੜ ਗਿਆ। ਆਨੰਦਪੁਰ ਵਿਖੇ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਤੇ ਸੰਤੋਖ ਸਿੰਘ ਲਿਖਦਾ ਕਿ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਸਿੱਖ ਦੇ ਕੋਲੋਂ ਪੁੱਛਿਆ ਹੈ ਕਿ ਤੂੰ ਇਤਨਾ ਵੱਡਾ ਕੰਮ ਕੀਤਾ ਹੈ, ਗੁਰੂ ਪਿਤਾ ਦਾ ਸੀਸ ਦਿੱਲੀ ਤੋਂ ਲੈ ਕੇ ਆਨੰਦਪੁਰ ਵਿਖੇ ਅੱਪੜਿਆ ਹੈ, ਤੈਨੂੰ ਰਸਤੇ ਦੇ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਈ, ਕੋਈ ਤੰਗੀ ਨਹੀਂ ਆਈ, ਕੋਈ ਮੁਸੀਬਤ ਦਾ ਸਾਹਮਣਾ ਤੇ ਨਹੀਂ ਕਰਨਾ ਪਿਆ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦਾ ਦਿੱਲੀ ਤੋਂ ਆਨੰਦਪੁਰ ਵਿਖੇ ਅੱਪੜਨਾ, ਰਸਤੇ ਦੇ ਵਿੱਚ ਜਿਹੜੀ ਘਟਨਾ ਘਟੀ ਹੈ ਉਸ ਨੂੰ ਵੀ ਅਨੋਖੇ ਤਰੀਕੇ ਦੇ ਨਾਲ, ਇੱਕ ਕਰਾਮਾਤੀ ਤਰੀਕੇ ਦੇ ਨਾਲ ਉਸ ਸਾਰੀ ਘਟਨਾ ਨੂੰ ਇੱਕ ਮਿਥਿਹਾਸਕ ਰੰਗਤ ਦੇ ਕੇ ਕਵੀ ਸੰਤੋਖ ਸਿੰਘ ਨੇ ਪੇਸ਼ ਕੀਤਾ ਹੈ। ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਿੱਖ ਦੇ ਕੋਲੋਂ ਪੁੱਛਿਆ ਹੈ ਤੇ ਸਿੱਖ ਨੇ ਜਵਾਬ ਦਿੰਦਿਆਂ ਹੋਇਆਂ ਆਖਿਆ, ਕਹਿਣ ਲੱਗਾ, ਪਾਤਸ਼ਾਹ ਲੈ ਗਮਨਿਓ ਅਨੁਮਾਨ ਕਰਿਓ ਤਿਨ ਤੋ ਅਸਵਾਰਨ ਬ੍ਰਿੰਦ ਚੜਾਇਓ। ਇਹ ਅਗਲਾ ਅਧਿਆਇ ਹੈ, ਰੁੱਤ ਪਹਿਲੀ ਦਾ ਅਧਿਆਇ ਹੈ ਕਿ ਜਿਸ ਵੇਲੇ ਦਿੱਲੀ ਦੇ ਵਿੱਚ ਪਤਾ ਚੱਲ ਗਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਸੀਸ ਹੈ ਉਹ ਅਲੋਪ ਹੋ ਗਿਆ ਹੈ ਤੇ ਸਤਿਗੁਰਾਂ ਦੇ ਸੀਸ ਦੀ ਭਾਲ ਕੀਤੀ ਗਈ। ਘੋੜ ਸਵਾਰ ਆਲੇ ਦੁਆਲੇ ਚੌਹਾਂ ਦਿਸ਼ਾਵਾਂ ਵੱਲ ਨੂੰ ਭੇਜੇ ਗਏ ਕਿ ਸਤਿਗੁਰਾਂ ਦਾ ਸੀਸ ਜਿਹੜਾ ਹੈ ਉਹ ਲੱਭ ਕੇ ਲਿਆਂਦਾ ਜਾਏ। ਕਹਿੰਦਾ, ਆਣ ਮਿਲੇ ਮੁਝ ਕੇ ਤਕ ਦੂਰ ਲਖਿਓ ਤਿਨ ਕੋ ਮਨ ਮੈਂ ਡਰ ਪਾਇਓ। ਮੈਂ ਸਤਿਗੁਰਾਂ ਦਾ ਸੀਸ ਲੈ ਕੇ ਆ ਰਿਹਾ ਸੀ ਆਨੰਦਪੁਰ ਵੱਲ ਨੂੰ, ਰਸਤੇ ਦੇ ਵਿੱਚ ਮੈਨੂੰ ਉਹਨਾਂ ਘੋੜ ਸਵਾਰਾਂ ਨੇ ਘੇਰ ਲਿਆ ਤੇ ਹੋਇਆ ਕਿ ਮਾਰਗ ਮੈਂ ਸਕਟੇ ਗਮਨੇ ਪਿਖ ਏਕ ਮੈਂ ਸੀਸ ਗੁਰੂ ਕੋ ਟਿਕਾਇਓ ਸੇ ਅਸਵਾਰ ਬੜੇ ਤਰਜੈ ਅਵਲੋਕਤ ਖੋਜਤ ਜੋ ਨਰ ਪਾਇਓ। ਉਸ ਵੇਲੇ ਮੈਂ ਤੱਕਿਆ ਕਿ ਕੁਝ ਗੱਡੇ ਜਿਹੜੇ ਸਨ ਉਹ ਜਾ ਰਹੇ ਸਨ, ਸਾਜੋ ਸਮਾਨ ਦੇ ਲੱਦੇ ਹੋਏ, ਤੇ ਉਹ ਸਿੱਖ ਕਹਿੰਦਾ ਕਿ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਉਹਨਾਂ ਗੱਡਿਆਂ ਦਾ ਕਾਫਲਾ ਜਿਹੜਾ ਜਾ ਰਿਹਾ ਸੀ, ਉਸ ਕਾਫਲੇ ਦੇ ਵਿੱਚੋਂ ਇੱਕ ਗੱਡੇ ਦੇ ਵਿੱਚ ਮੈਂ ਸਤਿਗੁਰਾਂ ਦੇ ਸੀਸ ਨੂੰ ਲੁਕੋ ਦਿੱਤਾ। ਇੰਨੀ ਦੇਰ ਨੂੰ ਉਹ ਅਸਵਾਰ ਪਾਸ ਅੱਪੜ ਗਏ। ਉਹਨਾਂ ਨੇ ਬੜੀ ਤਾੜਨਾ ਕੀਤੀ, ਉਹ ਸਾਰਿਆਂ ਦੀ ਤਲਾਸ਼ੀ ਲੈ ਰਹੇ ਸਨ। ਮੋਕੋ ਆਣ ਕਹਿਓ ਥਿਰ ਹੋਵੋ ਦੇਖਤ ਪੇ ਪਟ ਕੋ ਛੁਟਕਾਇਓ। ਉਹਨਾਂ ਨੇ ਮੈਨੂੰ ਵੀ ਰੋਕ ਲਿਆ।
ਮੈਨੂੰ ਰੋਕ ਕੇ ਫਿਰ ਉਹਨਾਂ ਨੇ ਮੇਰੀ ਤਲਾਸ਼ੀ ਲਈ, ਪਰ ਮੇਰੇ ਕੋਲੋਂ ਗੁਰੂ ਸਾਹਿਬ ਜੀ ਦਾ ਸੀਸ ਜਿਹੜਾ ਸੀ ਉਹਨਾਂ ਨੂੰ ਨਾ ਮਿਲਿਆ। ਤੇ ਹੋਇਆ ਕਿ ਫੇਰ ਲੱਗੇ ਸਕਟੇ ਅਵਲੋਕਨ, ਰੋਕ ਖਰੇ ਕਰ ਖੋਜਨ लागे, पाशल को जब देखत पे तब सीस गयो जो हो तो सब आगे। मेरी तलाशी लैण तो बाद फिर उन्होंने उन्हां गड्डियां दी तलाशी लैनी शुरू की, सारे काफले नूं रोक लिया। पर कहंदा पातशाह फिर की होया कि पाशल को जब देखत पे तब सीस गयो जो हो तो सब आगे। जिस वेले वो घोड़ सवार औरंगजेब दे जेड़े सिपाही सन पिछले गड्डे की तलाशी लेंदे सन, उस वेले सतगुरां दा सीस जेड़ा सी वो अपने आप उड़ के सब तो अगले गड्डे दे विच जाके टिक जांदा। नाहिन प्राप्त पा जब हूँ तब आगले हेरन को अनुरागे। ते जदों पिछले गड्डे दे विचों उन्हां नूं सतगुरां दा सीस ना मिलदा, फिर वो अगले गड्डियां दी तलाशी लैण लग पैंदे। ते जिस वेले अगले गड्डियां दी तलाशी लेंदे, पाशल मैं पुन आए गयो सिर, हार परे 60 इम ठागे। उस वेले सतगुरां दा जिहड़ा सीस सी वो उड़ के पिछले गड्डियां दे विच अपड़ जांदा। सो जदों वो पिछले गड्डे की तलाशी लेंदे, सतगुरां दा सीस अगले गड्डे दे विच अपड़ जांदा। जदों अगले गड्डे की तलाशी लेंदे, फिर सतगुरां दा सीस जिहड़ा सी वो पिछले गड्डे दे विच पहुंच जांदा। कहंदा गुर सिर एक मोको दिखत, अपर न देखत कोए, खोज हटे नरपंथ को गमने पुर निज सोए। वो जिहड़ा सतगुरां दा सीस सी ना, एक गड्डे चों निकल के दूसरे गड्डे दे विच, दूसरे तो निकल के फिर पिछले गड्डे दे विच, फिर कदे अगले गड्डे दे विच, इदां सतगुरां दा सीस जिहड़ा उड़दा होया जा रहा सी। वो सिख कहंदा पातशाह केवल मैनूं दिखदा पिया सी। गुर सिर एक मोको दिखता, सिर्फ एक मैनू इकल्ले नूं दिखदा सी, अपर ना देखत कोई, किसे होर नूं सतगुरां दा सीस जिहड़ा सी वो दिसदा ही नहीं सी। इस वास्ते खोज हटे नरपंथ को गमने पुर निज सोए। वो लभ लभ के थक गए, पर गुरु साहब जी का सीस उन्हां दे विचों किसे नूं लभ्या ना। आखिर वो थक हार के वापस परत गए। गए दिखण ते रह गए, तब मैं सीस संभार, वस्त्रन बिखै लपेट के लीनो निज सिर तार। ते जिस वेले वो सिपाही जिहड़े सन वापस चले गए, मैनू अखां तो दिसणों बंद हो गए। फिर मैं सतगुरां दा सीस फिर उठा लिया, अपने कोल ले लिया, ते इस तरीके दे नाल सतगुरां दा सीस लैके मैं आनंदपुर विखे अपड़िया। भाव रस्ते दे विच मुश्किलां आईयां, पर इस तरीके दे नाल इन्हां मुश्किलां तो मैं बच के सीस नूं आनंदपुर विखे लिआउण दे विच कामयाब हो गया। हुण ये घटना जिहड़ी है, जिस तरीके दे नाल कवि संतोख सिंह ने बयान कीती है, थोड़ा जिहा भी तर्क लगा के इस घटना नूं देखोगे तो पता चलेगा ये एक मन घड़त बनाई हुई कहानी है। इस सारी घटना नूं एक मिथहासक रंगत दिती हुई है, लोकां दे विच केवल वध तो वध शरधा भरन वास्ते। इस सारे इतिहास नूं एक करामाती रूप देण वास्ते देखो, एक पासे असी ये आखदे हां कि गुरु तेग बहादुर पातशाह जी ने करामात नहीं दिखाई। गुरु तेग बहादुर पातशाह जी ने आख्या करामात कहर दा नां है, मैं अपनी जान दे दियांगा पर करामात नहीं दिखावांगा। पर दूसरे पासे जदों सतगुरां दे इतिहास नूं असी इस तरीके दे नाल पेश करांगे कि सतगुरां ने कह दिता तुहाडी तलवार जिहड़ी है वो मेरी गर्दन उतार नहीं सकती, तुसी अपनी तेग दे उत्ते एक कागज बन लो धागे दे नाल, फिर मेरे उपर वार करो, वो कागज जिहड़ा है वो कागज भी नहीं फटेगा। ते जिस वेले सतगुरां दी गर्दन दे उत्ते वार किया गया, वो वार बिल्कुल खाली गया। वो तेग जिहड़ी सी सतगुरां दी गर्दन नूं लगी ही नहीं, उस तो पहलां ही सिर जिहड़ा सी अपने आप सतगुरां दा धड़ तो जुदा हो गया। फिर वो सतगुरां दा धड़ जिहड़ा सी उड़दा होया जाके एक सिख दी झोली विच डिग पिया। बिल्कुल उस तरीके दे नाल जिस तरीके दे नाल हिंदू मत दे ग्रंथां दे अंदर महाभारत आदि जदों उन्हां नूं आपां पढ़दे हां, उन्हां दे विच इहो जिहियां कथा कहानियां आउंदियां ने कि किसे दा सिर किसे ने कटिया, वो किसे जगह ते उड़दा उड़दा पहुंच गया। उसे ही तरीके दे नाल इस गुर इतिहास नूं कवि संतोख सिंह ने पेश किया है।
ਜਿਸ ਨੂੰ ਅਸੀਂ ਆਪਣਾ ਇਤਿਹਾਸਕ ਸਰੋਤ ਆਖਦੇ ਹਾਂ, ਕਿ ਸਤਿਗੁਰਾਂ ਦਾ ਸਿਰ ਉੱਡਦਾ ਹੋਇਆ ਆਪੇ ਜਾ ਕੇ ਸਿੱਖ ਦੀ ਝੋਲੀ ਦੇ ਵਿੱਚ ਜਾ ਕੇ ਡਿੱਗ ਪਿਆ। ਤੇ ਫਿਰ ਰਸਤੇ ਦੇ ਵਿੱਚ ਜਦੋਂ ਮੁਗਲ ਸਿਪਾਹੀਆਂ ਵੱਲੋਂ ਤਲਾਸ਼ੀ ਲਈ ਗਈ ਗੱਡਿਆਂ ਦੀ, ਤੇ ਸਿਰ ਉੱਡ ਕੇ ਕਦੇ ਇੱਕ ਗੱਡੇ ਦੇ ਵਿੱਚ, ਕਦੇ ਦੂਸਰੇ ਗੱਡੇ ਦੇ ਵਿੱਚ, ਕਦੇ ਤੀਸਰੇ ਗੱਡੇ ਦੇ ਵਿੱਚ ਉੱਡ ਕੇ ਆਪੇ ਹੀ ਉੱਪੜ ਜਾਂਦਾ ਸੀ, ਕਿਸੇ ਨੂੰ ਦਿਸਦਾ ਹੀ ਨਹੀਂ ਸੀ। ਇਸ ਨੂੰ ਅਸੀਂ ਇਤਿਹਾਸ ਨਹੀਂ ਕਹਿ ਸਕਦੇ, ਇਹ ਇਤਿਹਾਸਕ ਘਟਨਾਵਾਂ ਨਹੀਂ ਹਨ। ਇਸ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਆਨੰਦਪੁਰ ਵਿਖੇ ਨਹੀਂ ਅਪੜਿਆ ਹੋਵੇਗਾ। ਫਿਰ ਬੇਨਤੀ ਦੁਹਰਾਦੇ ਹਾਂ, ਜੋ ਕੁਝ ਸਾਡੇ ਇਤਿਹਾਸਕਾਰਾਂ ਨੇ ਜਾਂ ਸਾਡੇ ਆਖੇ ਜਾਂਦੇ ਇਹਨਾਂ ਇਤਿਹਾਸਕ ਗ੍ਰੰਥਾਂ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਸੰਬੰਧ ਦੇ ਵਿੱਚ ਬਿਆਨ ਕੀਤਾ ਗਿਆ ਹੈ, ਜਿਤਨੀਆਂ ਸਾਖੀਆਂ ਲਿਖੀਆਂ ਗਈਆਂ ਹਨ, ਨਾ ਤੇ ਉਹ ਸਾਖੀਆਂ ਇੱਕ ਦੂਸਰੇ ਦੇ ਨਾਲ ਮੇਲ ਖਾਂਦੀਆਂ ਹਨ, ਅਤੇ ਨਾ ਹੀ ਉਹ ਸਾਖੀਆਂ ਜਿਹੜੀਆਂ ਹਨ ਉਹ ਪ੍ਰੈਕਟੀਕਲ ਹੋ ਸਕਦੀਆਂ ਹਨ। ਉਹਨਾਂ ਨੂੰ ਪੜ੍ਹਦੇ ਹਾਂ, ਪਤਾ ਚੱਲਦਾ ਮਨ ਘੜਤ ਕਹਾਣੀਆਂ ਨੇ। ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਕਿਵੇਂ ਆਨੰਦਪੁਰ ਅਪੜਿਆ ਹੋਏਗਾ? ਦੇਖੋ, ਕੁਝ ਸਮਾਂ ਪਹਿਲਾਂ, 2 ਸਾਲ ਪਹਿਲਾਂ, ਰੇਡੀਓ ਵਿਰਸਾ ਦੇ ਉੱਤੇ ਭਾਈ ਹਰਨੇਕ ਸਿੰਘ ਹੁਣਾਂ ਨੇ ਇੱਕ ਨੁਕਤਾ ਬੜਾ ਪਿਆਰਾ ਵਿਚਾਰਿਆ ਸੀ। ਉਹ ਮੇਰੇ ਮਨ ਨੂੰ ਬਹੁਤ ਪਿਆਰਾ ਲੱਗਾ। ਬਿਨਾਂ ਸ਼ੱਕ ਕੋਈ ਇਤਿਹਾਸਕ ਸਰੋਤ ਨਹੀਂ ਸਾਡੇ ਕੋਲ, ਪਰ ਜਿਹੜੀ ਗੱਲ ਪ੍ਰੈਕਟੀਕਲ ਹੋ ਸਕਦੀ ਹੈ ਉਸ ਗੱਲ ਨੂੰ ਜ਼ਰੂਰ ਵਿਚਾਰਨਾ ਬਣਦਾ ਹੈ, ਕਿਉਂਕਿ ਜਿਨ੍ਹਾਂ ਨੂੰ ਅਸੀਂ ਇਤਿਹਾਸਕ ਸਰੋਤ ਆਖਦੇ ਹਾਂ, ਉਹਨਾਂ ਸਰੋਤਾਂ ਦੇ ਅੰਦਰ ਤੇ ਸਿਰੇ ਤੋਂ ਲੈ ਕੇ ਕੂੜ ਕਬਾੜ ਜਿਹੜਾ ਹੈ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਸੰਬੰਧ ਦੇ ਵਿੱਚ ਭਰਿਆ ਹੋਇਆ ਹੈ। ਗੁਰੂ ਸਾਹਿਬ ਜੀ ਦੇ ਜੀਵਨ ਦੀ ਹਰੇਕ ਘਟਨਾ ਨੂੰ ਵਿਗਾੜਿਆ ਹੋਇਆ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਧੜ ਦੇ ਸੰਸਕਾਰ ਦੇ ਸੰਬੰਧ ਵਿੱਚ ਵੀ ਤੇ ਸਾਡੇ ਇਤਿਹਾਸਕ ਸਰੋਤ ਤੇ ਇਹ ਵੀ ਆਖਦੇ ਨੇ ਕਿ ਸਿੱਖਾਂ ਨੇ ਰਿਸ਼ਵਤ ਦਿੱਤੀ ਹੈ, ਕਾਜੀ ਨੂੰ ਰਿਸ਼ਵਤ ਦੇ ਕੇ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਕੀਤਾ ਹੈ। ਸਾਡੇ ਆਖੇ ਜਾਂਦੇ ਇਤਿਹਾਸਕ ਗ੍ਰੰਥਾਂ ਦੇ ਅੰਦਰ, ਬੰਸਾਵਲੀ ਨਾਮੇ ਦੇ ਅੰਦਰ ਇਹ ਕੁਝ ਵੀ ਲਿਖਿਆ ਹੈ। ਪਰ ਜਿਹੜਾ ਕੋ ਸੋਚੋ ਕਿ ਕੀ ਕਿਧਰੇ ਅਜਿਹਾ ਨਹੀਂ ਹੋਇਆ ਹੋਏਗਾ, ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਹੋਏਗਾ, ਬਿਨਾਂ ਸ਼ੱਕ ਆਲੇ ਦੁਆਲੇ ਬਹੁਤ ਸਖਤ ਪਹਿਰਾ ਹੋਵੇਗਾ, ਤੇ ਉਹ ਪਹਿਰੇਦਾਰ ਇਦਾਂ ਦੇ ਅਵੇਸਲੇ ਨਹੀਂ ਹੋ ਸਕਦੇ ਵੀ ਇੱਕ ਆਇਆ ਤੇ ਸਤਿਗੁਰਾਂ ਦਾ ਸੀਸ ਚੁੱਕ ਕੇ ਲੈ ਗਿਆ, ਦੂਸਰਾ ਆਇਆ ਤੇ ਸਤਿਗੁਰਾਂ ਦਾ ਧੜ ਚੁੱਕ ਕੇ ਲੈ ਗਿਆ। ਅਜਿਹਾ ਨਹੀਂ ਹੋ ਸਕਦਾ ਕਿ ਜਿਸ ਵੇਲੇ ਕੋਈ ਸਤਿਗੁਰਾਂ ਦੇ ਸੀਸ ਨੂੰ ਜਾਂ ਸਤਿਗੁਰਾਂ ਦੇ ਧੜ ਨੂੰ ਚੁੱਕਣ ਵਾਸਤੇ ਆਇਆ ਹੋਵੇ ਤੇ ਜਿਹੜੇ ਸਿਪਾਹੀ ਪਹਿਰੇ ਤੇ ਹੋਵਣ, ਉਹਨਾਂ ਸਾਰਿਆਂ ਨੂੰ ਨੀਂਦ ਆ ਗਈ ਹੋਵੇ, ਉਹ ਸਾਰੇ ਹੀ ਸੌਂ ਗਏ ਹੋਵਣ, ਕਿਸੇ ਨੂੰ ਪਤ ਜਾਗ ਹੀ ਨਾ ਆਈ ਹੋਵੇ। ਔਰ ਨਾ ਇਹ ਹੋ ਸਕਦਾ ਕਿ ਸਤਿਗੁਰਾਂ ਦਾ ਸੀਸ ਆਪਣੇ ਆਪ ਉੱਡ ਕੇ ਕਿਧਰੇ ਦੂਰ ਬੈਠੇ ਸਿੱਖ ਦੀ ਝੋਲੀ ਦੇ ਵਿੱਚ ਜਾ ਕੇ ਡਿੱਗ ਗਿਆ ਹੋਵੇ। ਨੁਕਤਾ ਵਿਚਾਰਨ ਵਾਲਾ ਇਹ ਹੈ ਕਿ ਕੀ ਅਜਿਹਾ ਨਹੀਂ ਹੋ ਸਕਦਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਕੱਲੇ ਸੀਸ ਨੂੰ ਮੁਗਲ ਹਕੂਮਤ ਵੱਲੋਂ ਆਪ ਆਨੰਦਪੁਰ ਭੇਜਣ ਦੀ ਇਜਾਜ਼ਤ ਦਿੱਤੀ ਗਈ ਹੋਵੇ? ਕਿਉਂ? ਇਸ ਵਾਸਤੇ ਕਿ ਸਿੱਖ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਨ੍ਹਾਂ ਦੀ ਉਮਰ ਉਸ ਵੇਲੇ ਕੇਵਲ 9 ਸਾਲ ਦੀ ਸੀ, ਉਸ ਬੱਚੇ ਨੂੰ ਹੋਰ ਜ਼ਿਆਦਾ ਭੈ-ਭੀਤ ਕੀਤਾ ਜਾਵੇ, ਸਿੱਖ ਸੰਗਤ ਨੂੰ ਹੋਰ ਜ਼ਿਆਦਾ ਭੈ-ਭੀਤ ਕੀਤਾ ਜਾਵੇ ਕਿ ਜੇ ਮੁਗਲ ਹਕੂਮਤ ਦੇ ਖਿਲਾਫ ਹੋ ਕੇ ਚੱਲੋਗੇ ਤੇ ਆਹ ਦੇਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਅਸੀਂ ਕੀ ਹਸਰ ਕੀਤਾ ਹੈ। ਉਹਨਾਂ ਦੀ ਮੌਤ ਤੋਂ ਬਾਅਦ ਤੁਸੀਂ ਉਹਨਾਂ ਦੇ ਮੁਕੰਮਲ ਸਰੀਰ ਦਾ ਸੰਸਕਾਰ ਵੀ ਇੱਕ ਜਗ੍ਹਾ ਦੇ ਉੱਤੇ ਇਕੱਠਿਆਂ ਨਹੀਂ ਕਰ ਸਕਦੇ। ਬਿਨਾਂ ਸ਼ੱਕ ਜਿਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਕਤਲ ਹੁੰਦਾ ਹੈ, ਲਿਖਤਾਂ ਇਹ ਕਹਿੰਦੀਆਂ ਨੇ ਔਰੰਗਜ਼ੇਬ ਜਿਹੜਾ ਹੈ ਆਪ ਉਸ ਵੇਲੇ ਦਿੱਲੀ ਦੇ ਵਿੱਚ ਸਰੀਰਕ ਤੌਰ ਦੇ ਉੱਤੇ ਮੌਜੂਦ ਨਹੀਂ ਸੀ। ਪਰ ਸਾਡੇ ਜਿੰਨੇ ਇਹ ਆਖੇ ਜਾਂਦੇ ਇਤਿਹਾਸਕ ਗ੍ਰੰਥ, ਜਿਨ੍ਹਾਂ ਦੀ ਅਸੀਂ ਗੁਰਦੁਆਰਿਆਂ ਦੇ ਵਿੱਚ ਕਥਾਵਾਂ ਕਰਦੇ ਹਾਂ, ਇਹ ਸਾਰੇ ਆਖਦੇ ਨੇ ਕਿ ਔਰੰਗਜ਼ੇਬ ਦੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਉੱਥੇ ਗੱਲਬਾਤ ਹੋਈ ਸੀ।
ਜਦ ਕਿ ਵਾਸਤਵ ਦੇ ਵਿੱਚ ਔਰੰਗਜ਼ੇਬ ਆਪ ਉਸ ਵੇਲੇ ਦਿੱਲੀ ਦੇ ਅੰਦਰ ਮੌਜੂਦ ਨਹੀਂ ਸੀ। ਹਾਂ, ਉਸ ਦਾ ਹੁਕਮ ਸੀ ਕਿ ਗੁਰੂ ਤੇਗ ਬਹਾਦਰ ਨੂੰ ਇਸਲਾਮ ਦੇ ਵਿੱਚ ਲਿਆਂਦਾ ਜਾਵੇ ਜਾਂ ਫਿਰ ਉਸ ਨੂੰ ਭਿਆਨਕ ਮੌਤ ਤੇ ਮਾਰਿਆ ਜਾਵੇ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਿਆਰ ਵਾਲੇ 3 ਸਿੱਖਾਂ ਨੂੰ ਸਤਿਗੁਰਾਂ ਦੇ ਸਾਹਮਣੇ ਭਿਆਨਕ ਮੌਤ ਦਿੱਤੀ ਗਈ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਤਲ ਕੀਤਾ ਗਿਆ, ਭਿਆਨਕ ਮੌਤ ਤੇ ਮਾਰਿਆ ਗਿਆ, ਸਿਰ ਧੜ ਨਾਲੋਂ ਜੁਦਾ ਕੀਤਾ ਗਿਆ। ਤੇ ਉਹਨਾਂ ਤਸੀਹਿਆਂ ਦਾ ਹੀ ਇੱਕ ਇਹ ਹਿੱਸਾ ਵੀ ਤਾਂ ਹੋ ਸਕਦਾ ਹੈ ਕਿ ਔਰੰਗਜ਼ੇਬ ਦੇ ਹੁਕਮ ਦੇ ਨਾਲ ਮੁਗਲ ਹਕੂਮਤ ਵੱਲੋਂ ਆਪ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਨੂੰ ਅਨੰਦਪੁਰ ਵਿਖੇ ਲਿਜਾਣ ਦੀ ਇਜਾਜ਼ਤ ਦਿੱਤੀ ਗਈ ਹੋਵੇ, ਤਾਂ ਜੋ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੀ ਉਮਰ ਕੇਵਲ 9 ਸਾਲ ਦੀ ਆ, ਮਾਤਾ ਗੁਜਰੀ ਜੀ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਨੇ, ਅਗਵਾਈ ਕਰਦੇ ਪਏ ਨੇ ਉਸ ਵੇਲੇ ਕੌਮ ਦੀ, ਮਾਤਾ ਨਾਨਕੀ ਜੀ ਤੇ ਹੋਰ ਸਾਰੀ ਸਿੱਖ ਸੰਗਤ ਜੋ ਉਸ ਵੇਲੇ ਇਕੱਤਰ ਹੋ ਰਹੀ ਹੈ, ਗੁਰੂ ਨਾਨਕ ਦੇ ਨਾਮ ਦੇ ਥੱਲੇ ਇਕੱਤਰ ਹੋ ਰਹੀ ਹੈ, ਉਹਨਾਂ ਸਾਰਿਆਂ ਨੂੰ ਭੈਭੀਤ ਕਰਨ ਵਾਸਤੇ ਇਹ ਕਾਰਾ ਕੀਤਾ ਗਿਆ ਹੋਵੇ ਕਿ ਇੱਕ 9 ਸਾਲ ਦਾ ਬੱਚਾ ਜਾਂ ਮਾਤਾ ਗੁਜਰੀ ਜੀ ਜਾਂ ਮਾਤਾ ਨਾਨਕੀ ਜੀ ਜਾਂ ਬਾਕੀ ਜਿਹੜੇ ਸਿੱਖ ਨੇ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੇਵਲ ਇਕੱਲੇ ਸੀਸ ਨੂੰ ਦੇਖਣਗੇ ਤੇ ਉਹ ਦਹਿਲ ਜਾਣਗੇ, ਉਹਨਾਂ ਦੇ ਮਨਾਂ ਦੇ ਉੱਤੇ ਉਹ ਡਰ ਵਸ ਜਾਏਗਾ, ਮੁੜ ਕੇ ਮੁਗਲ ਹਕੂਮਤ ਦੇ ਖਿਲਾਫ ਆਵਾਜ਼ ਉਠਾਉਣ ਦੀ ਉਹ ਕਦੇ ਹਿੰਮਤ ਨਹੀਂ ਕਰਨਗੇ ਕਿ ਅਜਿਹਾ ਨਹੀਂ ਹੋ ਸਕਦਾ। ਮੈਂ ਫਿਰ ਆਖਦੇ ਹਾਂ, ਕੋਈ ਇਤਿਹਾਸਕ ਲਿਖਤ ਨਹੀਂ ਸਾਡੇ ਕੋਲ, ਤੇ ਜਿਹੜੀਆਂ ਇਤਿਹਾਸਕ ਲਿਖਤਾਂ ਸਾਡੇ ਕੋਲ ਹਨ ਉਹ ਸਿਰੇ ਤੋਂ ਲੈ ਕੇ ਕੂੜ ਕੁਬਾਰ ਦੇ ਨਾਲ ਭਰੀਆਂ ਪਈਆਂ ਹਨ, ਨਾ ਤੇ ਇੱਕ ਦੀ ਗੱਲ ਦੂਸਰੇ ਦੇ ਨਾਲ ਮੇਲ ਖਾਂਦੀ ਪਈ ਹੈ, ਤੇ ਨਾ ਜਿਹੜੀਆਂ ਉਹਨਾਂ ਦੇ ਵਿੱਚੋਂ ਗੱਲਾਂ ਲਿਖੀਆਂ ਹੋਈਆਂ ਹਨ ਉਹ ਪ੍ਰੈਕਟੀਕਲ ਹੋ ਹੀ ਸਕਦੀਆਂ ਹਨ। ਕਦੇ ਕਿਸੇ ਦਾ ਸਿਰ ਆਪਣੇ ਆਪ ਧੜ ਦੇ ਨਾਲੋਂ ਜੁਦਾ ਹੋ ਕੇ ਉੱਡ ਕੇ ਕਿਸੇ ਦੀ ਝੋਲੀ ਦੇ ਵਿੱਚ ਜਾ ਕੇ ਨਹੀਂ ਡਿੱਗਦਾ। ਕਦੇ ਆਪਣੇ ਆਪ ਇਸ ਤਰੀਕੇ ਦੇ ਨਾਲ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹਿਰੇਦਾਰ ਸਿਪਾਹੀ ਖਲੋਤੇ ਹੋਏ ਹੋਵਣ, ਉਹ ਬੇਹੋਸ਼ ਹੋ ਕੇ ਨਹੀਂ ਡਿੱਗ ਪੈਂਦੇ। ਇਸ ਤਰੀਕੇ ਦੇ ਨਾਲ ਕਿਸੇ ਨੂੰ ਨੀਂਦ ਨਹੀਂ ਆ ਜਾਂਦੀ। ਨਾ ਹੀ ਕਦੇ ਸਿਰ ਇੱਕ ਗੱਡੇ ਤੋਂ ਉੱਡ ਕੇ ਦੂਸਰੇ ਗੱਡੇ ਦੇ ਵਿੱਚ, ਦੂਸਰੇ ਗੱਡੇ ਤੋਂ ਉੱਡ ਕੇ ਪਹਿਲੇ ਗੱਡੇ ਦੇ ਵਿੱਚ, ਇਸ ਤਰੀਕੇ ਦੇ ਨਾਲ ਨਹੀਂ ਹੁੰਦਾ। ਇਹ ਮਿਥਿਹਾਸਕ ਕਥਾ ਕਹਾਣੀਆਂ ਦੇ ਵਿੱਚ ਤੇ ਹੋ ਸਕਦਾ ਹੈ, ਪਰ ਇਹੋ ਜਿਹੀਆਂ ਗੱਲਾਂ ਨੂੰ ਅਸੀਂ ਇਤਿਹਾਸਕ ਘਟਨਾਵਾਂ ਨਹੀਂ ਕਹਿ ਸਕਦੇ। ਪਰ ਹਾਂ, ਹੋ ਸਕਦਾ ਹੈ ਮੁਗਲ ਹਕੂਮਤ ਵੱਲੋਂ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਹੋਰ ਦਹਿਲ ਪਾਉਣ ਵਾਸਤੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਹੋਰ ਭੈਭੀਤ ਕਰਨ ਵਾਸਤੇ ਆਪ ਇਹ ਇਜਾਜ਼ਤ ਦਿੱਤੀ ਗਈ ਹੋਵੇ ਕਿ ਗੁਰੂ ਤੇਗ ਬਹਾਦਰ ਜੀ ਦੇ ਕੇਵਲ ਤੇ ਕੇਵਲ ਇਕੱਲੇ ਸੀਸ ਨੂੰ ਹੀ ਅਨੰਦਪੁਰ ਵਿਖੇ ਲਿਜਾਣ ਦੀ ਆਗਿਆ ਹੈ। ਬੇਨਤੀ ਆ ਇਤਿਹਾਸ ਦੇ ਖੋਜੀ ਅਖਵਾਉਣ ਵਾਲਿਆਂ ਅੱਗੇ ਇਸ ਸੰਬੰਧ ਦੇ ਵਿੱਚ ਜ਼ਰੂਰ ਵਿਚਾਰ ਕੇ ਦੇਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।